ਸਤਨਾਮ 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 ਸੋਹੰਗ ਸਤਨਾਮ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰੂਦੇਵ, ਧੰਨ ਗੁਰੂਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਸਮਝਾ ਰਹੇ ਨੇ ਕਿ ਭਾਈ ਇਹ ਜੋ ਮਨੁੱਖੀ ਸਰੀਰ ਹੈ ਇਹ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ, ਤੇ ਇਹ ਜੋ ਇਨਸਾਨ ਹੈ ਸਾਧ ਸੰਗਤ ਜੀ, ਇਸ ਦੀ ਜੋ ਜ਼ਿੰਦਗੀ ਹੈ ਇੱਕ ਪੰਛੀ ਦੇ ਵਾਂਗ ਹੈ। ਜਿਵੇਂ ਇੱਕ ਪੰਛੀ ਦਰਖਤ ਤੇ ਰੁਕਦਾ ਆ ਤੇ ਸਵੇਰ ਹੁੰਦੇ ਹੀ ਉੱਡ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਜੀਵ ਵੀ ਐਸੇ ਤਰ੍ਹਾਂ ਹੀ ਹੈ, ਪਰ ਇਹ ਸੰਸਾਰ ਦੇ ਵਿੱਚ ਆ ਕੇ ਭੁੱਲ ਜਾਂਦਾ ਹੈ ਕਿ ਇਸਨੇ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ, ਤੇ ਆਪਣੇ ਆਉਣ ਦੇ ਮੇਨ ਮਨੋਰਥ ਨੂੰ ਭੁੱਲ ਕੇ, ਮੂਲ ਮਨੋਰਥ ਨੂੰ ਭੁੱਲ ਕੇ ਇਹ ਅਡੰਬਰਾ ਪਖੰਡਾ ਮੈਂ ਮੇਰੀ ਦੇ ਹੰਕਾਰ ਵਿਸ਼ੇ ਵਾਸ਼ਨਾਵਾਂ ਦੇ ਵਿੱਚ ਫਸਿਆ ਰਹਿੰਦਾ ਹੈ। ਜਲ ਕੀ ਭੀਤ ਪਵਨ ਕਾ ਤੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਇਹ ਜੋ ਜੀਵ ਦਾ ਸਰੀਰ ਆ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ, ਜਿਸ ਵਿੱਚ ਪਾਣੀ ਦੀ ਕੰਧ ਹੈ ਤੇ ਹਵਾ ਦੀ ਠੰਡੀ ਹੈ, ਮਾਤਾ ਦਾ ਰਕਤ ਹੈ ਤੇ ਪਿਤਾ ਦਾ ਅਗਨ ਹੈ। ਤੇ ਸਾਧ ਸੰਗਤ ਜੀ, ਪਿਤਾ ਦੀ ਅਗਨ ਦਾ ਗਾਰਾ ਲੱਗਿਆ ਹੋਇਆ ਹੈ, ਹੱਡੀਆਂ ਅਤੇ ਮਾਸ ਅਤੇ ਨਾੜੀਆਂ ਦਾ ਇਹ ਪਿੰਜਰ ਬਣਿਆ ਹੋਇਆ ਹੈ, ਭਾਵ ਮਿੱਟੀ ਅਤੇ ਆਕਾਸ਼, ਜਿਸ ਵਿੱਚ ਆਤਮਾ ਰੂਪੀ ਪੰਛੀ ਵਸਦਾ ਪਿਆ ਹੈ। ਜਲ ਕੀ ਭੀਤ ਪਵਨ ਕਾ ਤੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਕਿ ਭਾਈ ਹੱਡੀਆਂ ਦਾ, ਮਾਸ ਦਾ, ਨਾੜੀਆਂ ਦਾ ਇਹ ਪਿੰਜਰ, ਜਿਸ ਦੇ ਵਿੱਚ ਇੱਕ ਸਵਾਸਾ ਰੂਪੀ ਪੰਛੀ ਬੈਠਦਾ ਹੈ। ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਹੇ ਜੀਵ, ਇਸ ਸੰਸਾਰ ਦੇ ਵਿੱਚ ਕੀ ਮੇਰਾ ਆ ਤੇ ਕੀ ਤੇਰਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਜੋ ਇਨਸਾਨ ਹੈ ਸਾਰੀ ਉਮਰ ਮੈਂ ਮੇਰੀ ਕਰਦਾ ਹੋਇਆ ਬਤੀਤ ਕਰ ਦਿੰਦਾ ਹੈ। ਮੇਰੀ ਮੇਰੀ ਕਰਤੇ ਜਨਮ ਗਿਆ माटी को पुतरा कैसे नचत है देखै देखै सुनै बोलै दोहऱ्यो फिरत है। जब कछ पावै तब गर्व करत है माया गई तब रोवण लगत है। भाईए मिट्टी का पुतरा सारी उम्र मैं मेरी दे हंकार दे विच फिरिया रहिंदा है, पर यह भुल जांदा है कि इसदा जो जीवन आ जिवें कोई पंछी आकाश दे विच उड़दा उड़दा साध संगत जी उस पंछी नूं रात पै जांदी है ਤੇ ਉਹ ਰਾਤ ਕੱਟਣ ਵਾਸਤੇ ਕਿਸੇ ਦਰਖਤ ਦੇ ਉੱਪਰ ਠਹਿਰ ਜਾਂਦਾ ਹੈ ਤੇ ਸਵੇਰ ਹੁੰਦੇ ਹੀ ਉੱਡ ਜਾਂਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਇੰਨੇ ਕੁ ਜੀਵਨ ਦੇ ਵਿੱਚ ਕਿਸ ਚੀਜ਼ ਦਾ ਅਸੀਂ ਅਭਿਮਾਨ ਕਰਨਾ ਆ। ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਰਾਮ ਕੋਈ ਨਾ ਕਿਸੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਰਹਾ। ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਵੀ ਸਮਝਾ ਰਹੇ ਨੇ, ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਕਿ ਭਾਈ ਜੀਵ ਦਾ ਇਸ ਸੰਸਾਰ ਦੇ ਵਿੱਚ ਰਹਿਣਾ ਪੰਛੀ ਦੀ ਤਰ੍ਹਾਂ ਆ, ਕਿ ਜੋ ਰਾਤ ਕੱਟਣ ਵਾਸਤੇ ਕਿਸੇ ਦਰਖਤ ਤੇ ਠਹਿਰਦਾ ਆ ਤੇ ਰਾਤ ਕੱਟ ਕੇ ਉੱਡ ਜਾਂਦਾ ਹੈ। ਰਾਖੋ ਕੰਧ ਉਸਾਰੋ ਨੀਵਾ ਸਾਡੇ ਧੀਨ ਹਾਥ ਤੇਰੀ ਸੀਵਾ। ਸਾਧ ਸੰਗਤ ਜੀ, ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਇਹ ਜੋ ਇਨਸਾਨ ਹੈ ਆਪਣੇ ਰਹਿਣ ਵਾਸਤੇ ਵੱਡੇ ਵੱਡੇ ਮਹਿਲ ਬਣਾਉਂਦਾ ਆ, ਡੂੰਘੀਆਂ ਨੀਹਾਂ ਪੁੱਟ ਕੇ ਕੰਧਾਂ ਉਸਾਰ ਕੇ ਵੱਡੇ ਵੱਡੇ ਮਹਿਲ ਖੜੇ ਕਰ ਲੈਂਦਾ ਆ। ਪਰ ਸਾਧ ਸੰਗਤ ਜੀ, ਜਦੋਂ ਅੰਤ ਸਮਾਂ ਆਉਂਦਾ ਆ ਨਾ, ਉਹ ਸਾਰਾ ਕੁਝ ਇੱਥੇ ਹੀ ਛੱਡ ਕੇ ਚਲਾ ਜਾਂਦਾ ਹੈ। ਸਾਧ ਸੰਗਤ ਜੀ, ਇਹ ਨਹੀਂ ਹੈ ਕਿ ਸਤਿਗੁਰੂ ਜੀ ਸਾਨੂੰ ਮਿਹਨਤ ਕਰਨ ਤੋਂ ਰੋਕਦੇ ਨੇ, ਸਗੋਂ ਸਤਿਗੁਰੂ ਜੀ ਤਾਂ ਆਪ ਫਰਮਾਉਂਦੇ ਨੇ, ਜੀਬਾ ਸੋ ਓੰਕਾਰ ਜਪ ਹੱਥਨ ਸੋ ਕਰਕਾਰ ਰਾਮ ਮਿਲੇ ਘਰਾਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਹੱਥਾਂ ਦੇ ਨਾਲ ਕਿਰਤ ਕਰੋ,
ਤੇ ਜੀਵਾ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰੋ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਪਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਮਿਹਨਤ ਕਰਨੀ ਜ਼ਰੂਰੀ ਹੈ, ਪਰ ਪੈਸਾ ਜੋ ਹੋਵੇ ਇਮਾਨਦਾਰੀ ਦਾ ਹੋਵੇ, ਤੇ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਵੀ ਜ਼ਰੂਰੀ ਹੈ, ਸੱਚ ਦੇ ਮਾਰਗ ਤੇ ਚੱਲਣਾ ਵੀ ਜ਼ਰੂਰੀ ਹੈ, ਇਨਸਾਨੀਅਤ ਦੀ ਸੇਵਾ ਕਰਨੀ ਵੀ ਜ਼ਰੂਰੀ ਹੈ, ਮਨੁੱਖਤਾ ਦੀ ਸੇਵਾ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਜੋ ਇਨਸਾਨ ਹੈ ਨਾ, ਇਸ ਦਾ ਜੋ ਸਾਰਾ ਜੋਰ ਆ ਉਹ ਧਨ ਜਾਇਦਾਦ ਬਣਾਉਣ ਦੇ ਵਿੱਚ ਹੀ ਚਲਾ ਜਾਂਦਾ ਹੈ। ਤੇ ਸਾਧ ਸੰਗਤ ਜੀ ਦੇਖਿਆ ਆ, ਕਈ ਇਨਸਾਨ ਪੈਸੇ ਦੇ ਚੱਕਰ ਦੇ ਵਿੱਚ ਆਪਣੇ ਸਰੀਰ ਨੂੰ ਵੀ ਭੁੱਲ ਜਾਂਦੇ ਨੇ। ਤੇ ਸਤਿਗੁਰਾਂ ਨੇ ਫਰਮਾਇਆ ਹੈ, ਇਸ ਤਨ ਕਾ ਜੋ ਅਪਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜਮ ਕੰਕਰ ਕਰੇ ਖਵਾਰ। ਕਿਉਂਕਿ ਉਹ ਸਾਰੀ ਦੁਨੀਆ ਦਾ ਮਾਲਕ ਇਸ ਸਰੀਰ ਦੇ ਅੰਦਰ ਬੈਠਾ ਹੈ। ਤੇ ਭਾਈ ਇਸ ਸਰੀਰ ਦੀ ਜੇ ਵਿਚਾਰ ਕਰੀਏ, ਅਸੀਂ ਸੱਚ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਸਕਦੇ ਹਾਂ। ਰਾਖੋ ਕੰਧ ਉਸਾਰੋ ਨੀਵਾ, ਸਾਡੇ ਤੀਨ ਹਾਥ ਤੇਰੀ ਸੇਵਾ। ਕਿ ਭਾਈ ਜਿੰਨੇ ਮਰਜ਼ੀ ਵੱਡੇ ਵੱਡੇ ਮਹਿਲ ਅਸੀਂ ਬਣਾ ਲਈਏ, ਸਭ ਅੰਤ ਸਮੇਂ ਇੱਥੇ ਛੱਡ ਕੇ ਚਲੇ ਜਾਣੇ ਨੇ। ਤੇ ਇਸ ਜੀਵ ਦੇ ਹਿੱਸੇ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ, ਭਾਈ 3.5 ਹੱਥ ਧਰਤੀ ਆਉਂਦੀ ਹੈ ਜਿਸ ਤੇ ਜੀਵ ਦਾ ਸੰਸਕਾਰ ਕੀਤਾ ਜਾਂਦਾ ਹੈ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਵੀ ਫਰਮਾਉਂਦੇ ਨੇ, ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰਜ 3.5 ਹੱਥ, ਕਣੀ ਤੇ ਪੌਣੇ 4। ਕਿ ਭਾਈ ਹਰ ਇਨਸਾਨ ਦੇ ਕੋਲ ਨਾ 3.5 ਹੱਥ ਧਰਤੀ ਹੀ ਆਵੇਗੀ। ਅਗਰ ਵੱਧ ਤੋਂ ਵੱਧ ਹੋ ਸਕੇ, ਸਤਿਗੁਰੂ ਜੀ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਪੌਣੇ 4 ਵੀ ਆ ਸਕਦੀ ਹੈ। ਇਸ ਲਈ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਪੈਸਾ ਕਮਾਓ, ਪਰ ਇਮਾਨਦਾਰੀ ਦਾ ਪੈਸਾ ਹੋਵੇ। ਸਾਰੀ ਜ਼ਿੰਦਗੀ ਅਸੀਂ ਜਾਇਦਾਦ ਜੋੜਨ ਦੇ ਵਿੱਚ, ਪੈਸਾ ਕਮਾਉਣ ਦੇ ਵਿੱਚ ਨਾ ਲੰਘਾ ਦੇਂਗੇ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾ ਰਹੇ ਨੇ ਕਿ ਭਾਈ ਜੋ ਇਮਾਨਦਾਰੀ ਦਾ ਪੈਸਾ ਆ, ਉਹ ਬਰਕਤ ਵੀ ਦਿੰਦਾ ਹੈ। ਅਸੀਂ ਸੱਚ ਦੇ ਮਾਰਗ ਤੇ ਵੀ ਚੱਲਣਾ ਹੈ। ਇਹ ਜੋ ਵਡਮੁੱਲਾ ਜੀਵਨ ਹੈ, ਇਸ ਨੂੰ ਅਸੀਂ ਨਸ਼ਿਆਂ ਦੇ ਵਿੱਚ, ਵਹਿਮਾਂ ਭਰਮਾਂ, ਠੱਗੀ ਠੋਰੀਆਂ ਦੇ ਵਿੱਚ ਪੈ ਕੇ ਅਜਾਈ ਨਾ ਗਵਾਈਏ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਕਿ ਭਾਈ ਵਡਭਾਗ ਨੇ, ਉਸ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫਿਰ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ। ਪਰ ਸਾਧ ਸੰਗਤ ਜੀ, ਮੈਂ ਮੇਰੀ ਦੇ ਹੰਕਾਰ ਦੇ ਵਿੱਚ, ਨਸ਼ਿਆਂ ਦੇ ਵਿੱਚ, ਵਹਿਮਾਂ ਭਰਮਾਂ, ਡੰਬਰਾਂ ਪਖੰਡਾਂ ਦੇ ਵਿੱਚ ਪੈ ਕੇ ਅਸੀਂ ਇਹ ਜੀਵਨ ਦਾ ਨਾਸ਼ ਨਾ ਜੇ ਕਰੀਏ। ਊਚੈ ਮੰਦਰ ਸਾਲ ਰਸੋਈ, ਏਕ ਕਰੀ ਫੁਨ ਰਹਿਨ ਨਾ ਹੋਏ। ਏਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ, ਰਲ ਗਇਓ ਮਾਟੀ। ਕਿ ਭਾਈ ਅਸੀਂ ਠੱਗੀ ਠੋਰੀਆਂ ਮਾਰ ਕੇ ਸਾਰੇ ਦਾ ਸਾਰਾ ਜੋ ਜੀਵਨ ਹੈ, ਸਮਾਂ ਹੈ, ਉਹ ਮਹਿਲ ਉਸਾਰਨ ਦੇ ਵਿੱਚ ਲਗਾ ਦਿੰਨੇ ਆ। ਪਰ ਸਤਿਗੁਰੂ ਜੀ ਫਰਮਾਉਂਦੇ, ਭਾਈ ਇਹ ਜੋ ਸੋਹਣੇ ਸੋਹਣੇ ਮਹਿਲ ਨੇ, ਸੋਹਣੀਆਂ ਰਸੋਈਆਂ ਨੇ, ਜਦੋਂ ਅੰਤ ਸਮਾਂ ਆਉਣਾ ਆ, ਉੱਚੇ ਮੰਦਰ ਸਾਲ ਰਸੋਈ, ਏਕ ਕਰੀ ਫੁਨ ਰਹਿਨ ਨਾ ਹੋਈ। ਕਿ ਭਾਈ ਫਿਰ ਇੱਕ ਘੜੀ ਵੀ ਘਰ ਦੇ ਵਿੱਚ ਰੁਕਣ ਨਹੀਂ ਜੇ ਦਿੱਤਾ ਜਾਂਦਾ। ਏਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ, ਰਲ ਗਇਓ ਮਾਟੀ। ਕਿ ਭਾਈ ਇਹ ਜੋ ਸਰੀਰ ਜਿਸ ਤੇ ਅਸੀਂ ਇੰਨਾ ਅਭਿਮਾਨ ਕਰਦੇ ਆ, ਇਹ ਇਸ ਤਰ੍ਹਾਂ ਜਲੇਗਾ ਜਿਵੇਂ ਘਾਹ ਦੀ ਛਪਰੀ ਜਲਦੀ ਹੈ। ਬੰਕੇ ਬਾਲ ਭਾਗ ਸਿਰ ਟੇਰੀ, ਏਤਨ ਹੋਏਗੋ ਭਸਮ ਕੀ ਟੇਰੀ। ਕਿ ਜੀ ਪ੍ਰਮਾਤਮਾ ਨੂੰ ਭੁਲਾ ਕੇ, ਸੋਨੇ ਵਾਲ ਸਿੰਗਾਰ ਕੇ, ਸਿਰ ਉੱਤੇ ਟੇਢੀ ਪੱਗ ਬੰਨਦਾ ਆ, ਪਰ ਭਾਈ ਇਹ ਅੰਤ ਸਮੇਂ ਸਰੀਰ ਵੀ ਮਿੱਟੀ ਹੋ ਜਾਣਾ ਹੈ। ਇਹ ਜੋ ਸਰੀਰ ਦੇ ਉੱਪਰ ਅਸੀਂ ਇੰਨਾ ਸਮਾਂ ਲਗਾਉਂਦੇ ਆ, ਅਭਿਮਾਨ ਕਰਦੇ ਆ, ਸਤਿਗੁਰੂ ਜੀ ਫਰਮਾਉਂਦੇ, ਭਾਈ ਇਹ ਜੋ ਸਰੀਰ ਆ, ਇਹ ਸੇਵਾ ਵਾਸਤੇ ਮਿਲਿਆ ਹੈ। ਇਹ ਜੇ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ, ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ, ਸਾਧ ਸੰਗਤ ਜੀ, ਉਹਨਾਂ ਦਾ ਵੀ ਸਰੀਰ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵੀ ਸਰੀਰ ਸਾਡੇ ਵਰਗਾ। ਪਰ ਇਨਸਾਨ ਕਰਮਾਂ ਤੋਂ ਜਾਣਿਆ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ, ਭਾਈ ਹਰ ਇਨਸਾਨ ਦਾ ਜੋ ਸਰੀਰ ਹੈ, ਇੱਕੋ ਜਿਹਾ ਹੈ। ਪ੍ਰਜਨ ਮਹਾਪੁਰਸ਼ਾਂ ਨੂੰ ਨਮਸਕਾਰਾਂ ਹੁੰਦੀਆਂ ਨੇ ਸਾਧ ਸੰਗਤ ਜੀ, ਸਿਰਫ ਸਰੀਰ ਕਰਕੇ ਨਹੀਂ, ਉਹਨਾਂ ਦੇ ਕਰਮਾਂ ਕਰਕੇ। ਪਰਮਾਤਮਾ ਨੇ ਸਭ ਨੂੰ ਲਗਭਗ ਇੱਕੋ ਜਿਹਾ ਸਰੀਰ ਬਖਸ਼ਿਆ ਹੈ। ਉਹ ਵੱਖਰੀ ਗੱਲ ਹੈ, ਕਿਸੇ ਦਾ ਸਰੀਰ ਵੱਡਾ ਆ, ਛੋਟਾ ਹੈ, ਪਰ ਪ੍ਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਸਰੀਰ ਬਖਸ਼ਿਆ ਹੈ। ਤੇ ਅੱਜ ਅਸੀਂ ਉਹਨਾਂ ਨੂੰ ਨਮਸਕਾਰਾਂ ਕਰਦੇ ਹਾਂ, ਮਹਾਪੁਰਸ਼ਾਂ ਨੂੰ, ਉਹਨਾਂ ਦੇ ਕਰਮਾਂ ਕਰਕੇ।
ਉਹਨਾਂ ਦੇ ਪੈਸੇ ਕਰਕੇ, ਜਾਇਦਾਦ ਕਰਕੇ ਜਾਂ ਸਰੀਰ ਕਰਕੇ ਨਹੀਂ, ਉਹਨਾਂ ਦੇ ਕਰਮਾਂ ਕਰਕੇ। ਤੇ ਇਹੀ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ, ਦੁਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਪੀਵੇਕੇ। ਕਿ ਭਾਈ ਉਸ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫਿਰ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਤੇ ਇਸ ਦੇਹੀ ਤੇ ਅਸੀਂ ਘਮੰਡ ਨਾ ਕਰਕੇ ਇਸ ਨੂੰ ਸੇਵਾ ਸਿਮਰਨ ਦੇ ਵਿੱਚ ਲਗਾਈਏ। ਤੇ ਜੀਵ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ, ਭਾਈ ਪ੍ਰਮਾਤਮਾ ਨੂੰ ਭੁੱਲ ਕੇ ਆਪਣੇ ਸਰੀਰ ਤੇ ਗੁਮਾਨ ਕਰਦਾ ਆ। ਬੰਕੇ ਬਾਲ ਪਾਗ ਸਿਰ ਟੇਰੀ, ਇਹ ਤਨ ਹੋਏ ਗੋ ਪਸਮ ਕੀ ਟੇਰੀ। ਉੱਚੇ ਮੰਦਰ ਸੁੰਦਰ ਨਾਰੀ, RAM ਨਾਮ ਬਿਨ ਬਾਜੀ ਹਾਰੀ। ਜੇਕਰ ਜੀਵ ਦੇ ਕੋਲ ਉੱਚੇ ਮਹਿਲ ਹੋਣ ਤੇ ਉਸ ਦੇ ਵਿੱਚ ਸੁੰਦਰ ਇਸਤਰੀ ਹੋਵੇ ਤੇ ਪ੍ਰਮਾਤਮਾ ਦਾ ਨਾਮ ਨਾ ਹੋਵੇ, ਸਤਿਗੁਰੂ ਜੀ ਫਰਮਾਉਂਦੇ, ਭਾਈ ਐਸਾ ਜੋ ਇਨਸਾਨ ਹੈ ਉਹ ਮਨੁੱਖਾ ਜੀਵਨ ਦੀ ਜੋ ਬਾਜੀ ਆ, ਹਾਰ ਜਾਂਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਭਾਵੇਂ ਉੱਚੇ ਉੱਚੇ ਮਹਿਲ ਹੋਣ, ਰਾਜੇ ਇੰਦਰ ਸੰਸਰਗ ਰਹਿ ਆਸਨ, ਬਿਨ ਹਰ ਭਗਤ ਕਾ ਲੇਖਾ। ਕਿ ਭਾਈ ਭਾਵੇਂ ਰਾਜੇ ਇੰਦਰ ਵਰਗੇ ਮਹਿਲ ਹੋਣ, ਉੱਚੇ ਮੰਦਰ ਸੁੰਦਰ ਨਾਰੀ, ਤੇ ਵੱਡੇ ਵੱਡੇ ਮਹਿਲਾਂ ਦੇ ਵਿੱਚ ਸੁੰਦਰ ਇਸਤਰੀ ਵੀ ਹੋਵੇ, ਪਰ ਜੇਕਰ ਜੀਵ ਸੱਚ ਦੇ ਮਾਰਗ ਤੇ ਨਹੀਂ ਜੇ ਚੱਲਦਾ, ਉਸ ਪ੍ਰਮਾਤਮਾ ਦਾ ਸਿਮਰਨ ਨਹੀਂ ਜੇ ਕਰਦਾ, ਇਸ ਦਾ ਜੋ ਮਨੁੱਖਾ ਜਨਮ ਹੈ ਉਹ ਅਮੋਲਕ ਜਨਮ। ਇਹ ਸਾਧ ਸੰਗਤ ਜੀ ਅਜਾਈ ਚਲਾ ਜਾਂਦਾ ਹੈ, ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਚਮਾਰਾ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਕੋਈ ਜਾਤ ਕਰਕੇ ਵੱਡਾ ਛੋਟਾ ਨਹੀਂ ਜੀ ਹੁੰਦਾ। ਇਹ ਜੋ ਸੰਸਾਰ ਦੇ ਲੋਕ ਨੇ, ਇਹ ਕੁਝ ਵਰਗ ਨੂੰ ਜਾਤ ਕਰਕੇ ਵੱਡਾ ਮੰਨਦੇ ਨੇ, ਕੋਈ ਜਾਤ ਕਰਕੇ ਛੋਟਾ ਤੇ ਕੋਈ ਵੱਡਾ ਮੰਨਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੇਰੀ ਜਾਤ ਦੇ ਵਿੱਚ ਕੋਈ ਕਮੀ ਨਹੀਂ ਹੈ, ਮੇਰੀ ਪਾਤ ਦੇ ਵਿੱਚ ਕੋਈ ਕਮੀ ਨਹੀਂ ਹੈ। ਸੰਸਾਰ ਦੇ ਲੋਕ ਭਾਵੇਂ ਮੈਨੂੰ ਛੋਟੀ ਜਾਤ ਦਾ ਕਹਿੰਦੇ ਨੇ, ਪਰ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਜਾਤਾਂ ਪਾਤਾਂ ਦਾ ਹਿਸਾਬ ਨਹੀਂ ਜੀ ਹੋਣਾ। ਇਸ ਸੰਸਾਰ ਦੇ ਵਿੱਚ ਉਹੀ ਇਨਸਾਨ ਮਹਾਨ ਹੈ ਜਿਸ ਦੇ ਕਰਮ ਮਹਾਨ ਨੇ। ਕਿਉਂਕਿ ਜੋ ਜਾਤਾਂ ਪਾਤਾਂ ਨੇ, ਸਤਿਗੁਰੂ ਜੀ ਫਰਮਾਉਂਦੇ, ਭਾਈ ਉਹ ਪ੍ਰਮਾਤਮਾ ਨੇ ਨਹੀਂ ਜੇ ਬਣਾਈਆਂ, ਇਸ ਸੰਸਾਰ ਦੇ ਲੋਕਾਂ ਨੇ ਆਪ ਬਣਾਈਆਂ ਨੇ ਆਪਣੇ ਸਵਾਰਥ ਵਾਸਤੇ। ਤੇ ਇਹਨਾਂ ਦੇ ਵਿੱਚ ਉਲਝ ਕੇ ਅਸੀਂ ਆਪਣਾ ਜੀਵਨ ਨਹੀਂ ਜੇ ਵਿਅਰਥ ਕਰਨਾ। ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ, RAM ਸਿਮਰ ਪਛਤਾਏਗਾ। ਕਿ ਭਾਈ ਜਦੋਂ ਧਰਮ ਰਾਏ ਨੇ ਲੇਖਾ ਮੰਗਣਾ ਹੈ, ਸਾਡੇ ਕਰਮਾਂ ਦਾ ਲੇਖਾ ਮੰਗਣਾ ਹੈ, ਜਾਤਾਂ ਪਾਤਾਂ ਦਾ ਨਹੀਂ। ਤੇ ਭਾਈ ਜੀਵ ਦਾ ਵਿਕਾਰਾਂ ਨਾਲ ਸੰਗ ਹੋਣ ਕਰਕੇ ਜੀਵ ਦਾ ਸੁਭਾਅ ਸੰਗਤ ਜੀਵਨ ਘਟੀਆ ਬਣ ਜਾਂਦਾ ਹੈ। ਤੇ ਸਾਧ ਸੰਗਤ ਜੀ ਨੀਵਾਂ ਉਹੀ ਹੈ ਜਿਸ ਦੇ ਕਰਮ ਮਾੜੇ ਨੇ, ਜੋ ਨਸ਼ਿਆਂ ਦੇ ਵਿੱਚ, ਅਡੰਬਰਾਂ, ਪਖੰਡਾਂ, ਵਹਿਮਾਂ ਭਰਮਾਂ, ਮੈਂ ਮੇਰੀ ਦੇ ਹੰਕਾਰ ਦੇ ਵਿੱਚ, ਠੱਗੀਆਂ ਠੋਰੀਆਂ ਦੇ ਵਿੱਚ ਫਸਿਆ ਹੋਇਆ ਹੈ। ਉਸ ਦੀ ਜਾਤ ਪਾਤ ਕਮੀਨੀ ਹੈ, ਉਹ ਛੋਟਾ ਹੈ। ਕੋਈ ਜਾਤ ਪਾਤ ਕਰਕੇ ਛੋਟਾ ਵੱਡਾ ਨਹੀਂ ਜੀ ਹੁੰਦਾ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਸਭ ਰਾਜੇ, ਹੇ ਸਾਰੇ ਰਾਜਿਆਂ ਦੇ ਰਾਜਾ ਪ੍ਰਮਾਤਮਾ ਜੀ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਆਪ ਮੇਰੇ ਉੱਪਰ ਕਿਰਪਾ ਕਰੋ। ਤੁਮ ਸ਼ਰਨਾਗਤ ਰਾਜਾ ਰਾਮਚੰਦ। ਇਹ ਸਾਰੇ ਸੰਸਾਰ ਦੇ ਮਾਲਕ ਜੋ ਉਸ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਜੀ ਆ ਜਾਂਦਾ ਆ। ਪਰ ਸਤਿਗੁਰੂ ਜੀ ਫਰਮਾਉਂਦੇ, ਭਾਈ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਆਉਣਾ ਕਿਵੇਂ ਹੈ, ਉਸ ਦੀ ਪ੍ਰਾਪਤੀ ਕਿਵੇਂ ਹੋਣੀ ਹੈ। ਸਾਧ ਸੰਗਤ ਜੀ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਸਤਿਗੁਰਾਂ ਨੇ ਸਾਨੂੰ ਅਡੰਬਰਾਂ ਪਖੰਡਾਂ ਤੋਂ ਬਚਾ ਕੇ ਇਸ ਸਰੀਰ ਦੇ ਨਾਲ ਜੋੜਿਆ ਆ, ਸ਼ਬਦ ਨਾਲ ਜੋੜਿਆ ਆ। ਸਤਿਗੁਰੂ ਜੀ ਫਰਮਾਉਂਦੇ, ਕਹਿ ਰਵਿਦਾਸ ਹਾਥ ਪੈ ਨੇੜੇ, ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਹੱਥ ਤੋਂ ਵੀ ਨੇੜੇ ਹੈ। ਜਦੋਂ ਵੀ ਪ੍ਰਾਪਤੀ ਹੋਣੀ ਹੈ, ਬਾਹਰ ਨਹੀਂ ਜੀ ਹੋਣੀ। ਤੇਰਾ ਕਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ, ਰਹਿ ਢੂੰਡਤ ਕਾਸ ਫਿਰੈ। ਕਿ ਹੇ ਜੀਵ, ਤੇਰੀ ਹਾਲਤ ਉਸ ਹਿਰਨ ਵਰਗੀ ਹੈ ਕਿ ਜਿਸ ਦੇ ਅੰਦਰੋਂ ਖੁਸ਼ਬੂ ਆਉਂਦੀ ਹੈ ਕਸਤੂਰੀ ਦੀ, ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ, ਉਹ ਆਸੇ ਪਾਸੇ ਲੱਭਦਾ ਰਹਿੰਦਾ ਹੈ। ਉਹ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਵਸਦਾ ਆ। ਤੇ ਸਾਧ ਸੰਗਤ ਜੀ ਅਡੰਬਰਾਂ ਪਖੰਡਾਂ ਦੇ ਕਰਕੇ, ਅਗਿਆਨਤਾ ਕਰਕੇ ਇਸ ਨੂੰ ਪਤਾ ਹੀ ਨਹੀਂ ਹੈ ਕਿ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਬੈਠਾ ਆ।
ਸਭ ਕੁਛ ਕਰ ਮੈਂ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਈ। ਕਿ ਭਾਈ ਜੋ ਕੁਛ ਹੈ ਸਾਡੇ ਸਰੀਰ ਦੇ ਵਿੱਚ ਹੀ ਹੈ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਘਟ ਹੀ ਨਾਈ। ਸੋ ਆਓ ਸਾਧ ਸੰਗਤ ਜੀ, ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਹ ਜੋ ਮਨੁੱਖਾ ਸਰੀਰ ਹੈ ਵੱਡ ਕਰਮਾਂ ਦੇ ਨਾਲ ਮਿਲਿਆ ਹੈ। ਇਹ ਮਨੁੱਖਤਾ ਦੀ ਸੇਵਾ, ਸੱਚ ਦੇ ਮਾਰਗ, ਸੇਵਾ ਸਿਮਰਨ ਵਾਸਤੇ ਮਿਲਿਆ ਹੈ। ਇਹ ਨਸ਼ੇ ਕਰਨ ਵਾਸਤੇ, ਝੂਠਾਂ, ਅਡੰਬਰਾਂ, ਪਖੰਡਾਂ ਨੂੰ ਕਰਨ ਵਾਸਤੇ ਨਹੀਂ ਜੀ ਮਿਲਿਆ। ਤੇ ਭਾਈ ਇਸ ਮੈਂ ਮੇਰੀ ਦੇ ਹੰਕਾਰ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਆ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਕਿ ਭਾਈ ਕੀ ਮੇਰਾ ਤੇ ਕੀ ਤੇ ਤੇਰਾ। ਸਾਧ ਸੰਗਤ ਜੀ ਆਓ, ਮੈਂ ਮੇਰੀ ਦੇ ਹੰਕਾਰ ਚੋਂ ਬਾਹਰ ਆਈਏ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਅਸੀਂ ਪੰਛੀ ਵਰਗੇ ਹਾਂ, ਜੋ ਰਾਤ ਕੱਟਣ ਵਾਸਤੇ ਇੱਕ ਦਰਖਤ ਤੇ ਠਹਿਰੇ ਹਾਂ ਤੇ ਸਵੇਰ ਹੁੰਦੇ ਹੀ ਅਸੀਂ ਚਲੇ ਜਾਣਾ ਹੈ। ਪਰ ਅਸੀਂ ਆਪਣਾ ਜੋ ਜੀਵਨ ਹੈ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਸਾਧ ਸੰਗਤ ਜੀ ਸਾਡਾ ਜੋ ਆਇਆ ਆ ਉਹ ਸਫਲ ਹੋ ਸਕੇ। ਕਿਆ ਤੂੰ ਸੋਇਆ ਜਾਗੇ ਆਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣਾ ਜੋ ਜੀਵਨ ਸੀ ਉਹ ਸਫਲ ਕੀਤਾ। ਪੜੋ, ਜੁੜੋ, ਸੰਘਰਸ਼ ਕਰੋ। ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਪੜੋ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਿਲੀ। ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹਿ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਸਿੱਖਿਆ ਤੋਂ ਬਗੈਰ ਇਨਸਾਨ ਕੁਝ ਵੀ ਨਹੀਂ ਹੈ। ਆਪ ਪੜੋ, ਆਪਣੇ ਬੱਚਿਆਂ ਨੂੰ ਖੂਬ ਪੜਾਓ, ਜੁੜੋ। ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ। ਕਿ ਭਾਈ ਸੱਚ ਦੇ ਨਾਲ ਅਸੀਂ ਇਸ ਤਰ੍ਹਾਂ ਜੁੜ ਕੇ ਰਹਿਣਾ ਆ ਜਿਵੇਂ ਮਧੂਮੱਖੀਆਂ ਆਪਸ 'ਚ ਜੁੜ ਕੇ ਰਹਿੰਦੀਆਂ ਨੇ। ਪਰ ਸਾਧ ਸੰਗਤ ਜੀ ਜੁੜਨਾ ਅਸੀਂ ਸੱਚ ਨਾਲ ਹੈ, ਝੂਠ ਦੇ ਨਾਲ ਨਹੀਂ, ਨਸ਼ਿਆਂ ਨਾਲ, ਪਖੰਡਾਂ ਦੇ ਨਾਲ ਅਸੀਂ ਨਹੀਂ ਜੇ ਜੁੜਨਾ। ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ ਜਾਣ ਲਿਓ ਰਹਿਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਸਾਧ ਸੰਗਤ ਜੀ ਮਾਨਸਿਕ ਗੁਲਾਮੀ ਤੇ ਸਰੀਰਕ ਗੁਲਾਮੀ ਹਰ ਪ੍ਰਕਾਰ ਦੀ ਮਾੜੀ ਹੁੰਦੀ ਹੈ। ਤੇ ਇਹਨਾਂ ਗੁਲਾਮੀਆਂ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਜਾਵੇ ਫਿਰ ਸਭ ਦਾ ਹੀ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੇ, ਰਵਿਦਾਸ ਰਹਿ ਪ੍ਰਸੰਨ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁਖ ਨਹੀਂ ਭਾਈ ਮੀਤ। ਕਿ ਭਾਈ ਸਭ ਦਾ ਭਲਾ ਮੰਗਿਆ ਕਰ। ਪਰਮਾਤਮਾ ਸਾਧ ਸੰਗਤ ਜੀ ਉਸ ਦਾ ਭਲਾ ਸਭ ਤੋਂ ਪਹਿਲਾਂ ਕਰਦਾ ਆ ਜੋ ਸਭ ਦਾ ਭਲਾ ਮੰਗਦਾ। ਉਸ ਦਾ ਕਦੇ ਬੁਰਾ ਹੁੰਦਾ ਹੀ ਨਹੀਂ ਜੀ। ਸਵਾਓ ਸਤਿਗੁਰਾਂ ਨੇ ਸਾਨੂੰ ਸਭ ਦਾ ਭਲਾ ਮੰਗਣ ਵਾਸਤੇ ਪੜੋ, ਜੁੜੋ, ਸੰਘਰਸ਼ ਕਰੋ ਦਾ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਆ। ਸਾਧ ਸੰਗਤ ਜੀ ਆਓ ਅਗਿਆਨਤਾ ਚੋਂ ਬਾਹਰ ਆਈਏ, ਸ਼ਬਦ ਦੇ ਨਾਲ ਜੁੜੀਏ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਨਿਕਲੀਏ ਤੇ ਸਭ ਦਾ ਭਲਾ ਮੰਗੀਏ। ਸਵੈਨੀਆਂ ਕ ਬੇਨਤੀਆਂ ਜਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ ਸ਼ਮਾ, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ, ਜੋ ਬੋਲੇ ਸੋ ਨਿਰਭੈ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।